अंधे जीवन विचार देख केते के दिना, बंदे खोज दिल हर रोज, ना फिर परेशानी माहे। सतगुरु समझाउंदे है गुरबाणी दे राही कि हे मनुख, तू अपनी जिंदगी दी विचार कर। तेरे कोले समा बहुत घट है, इस करके हर पल, हर पहर, हर घड़ी तू अपनी जिंदगी दी विचार कर, अपने जीवन दी विचार कर। ये विचार करदियां ही अपना समा बतीत कर। भाव जिंदगी दे विच हर मोड़ ते तू विचार करके किसी निर्णय ते पहुँच। बिना विचार कीतियां कोई भी जिंदगी दे विच काम ना कर। तुसीं कदे भी देखियो कि जेकर असीं अपना बच्चा किसी स्कूल पढ़न पाउणा होवे ਤਾਂ ਉਦੋਂ भी ਅਸੀਂ घर ਦੇ ਵਿੱਚ ਵਿਚਾਰ ਕਰਦੇ ਹਾਂ, ਕਰਨੀ ਵੀ ਚਾਹੀਦੀ ਹੈ ਕਿ ਅਸੀਂ ਬੱਚਾ ਕਿਹੜੇ ਸਕੂਲ ਦੇ ਵਿੱਚ ਪੜ੍ਹਨ ਪਾਈਏ। ਕਿਤੇ ਅਸੀਂ ਐਵੇਂ ਹੀ ਨਾ ਪੈਸਾ ਬਰਬਾਦ ਕਰੀ ਦਈਏ ਕਿ ਬੱਚੇ ਨੂੰ ਉੱਥੇ ਸਿੱਖਿਆ ਨਾ ਮਿਲੇ। ਘਰ ਦੇ ਵਿੱਚ ਅਸੀਂ ਨੌਜਵਾਨ ਬੱਚਿਆਂ ਦਾ ਰਿਸ਼ਤਾ ਕਰਨਾ ਹੋਵੇ, ਧੀ ਦਾ ਜਾਂ ਪੁੱਤ ਦਾ, ਉੱਥੇ ਵੀ ਅਸੀਂ ਬੜਾ ਸੋਚ ਸਮਝ ਕੇ ਫੈਸਲਾ ਕਰਦੇ ਹਾਂ। ਉੱਥੇ ਵੀ ਅਸੀਂ ਬਹੁਤ ਪੁੱਛ ਪੜਤਾਲ ਕਰਕੇ ਹੀ ਕਿਸੇ ਨਿਰਣੇ 'ਤੇ ਪਹੁੰਚਦੇ ਹਾਂ, ਜਦ ਕਿ ਸਾਨੂੰ ਕਰਨੀ ਵੀ ਚਾਹੀਦੀ ਹੈ। ਇੱਥੋਂ ਤੱਕ ਕਿ ਅਸੀਂ ਘਰ ਦੇ ਵਿੱਚ ਕੋਈ ਗਾਂ ਮੱਝ ਵੀ ਲੈ ਕੇ ਆਉਣੀ ਹੋਵੇ ਨਾ, ਉਹ ਵੀ ਅਸੀਂ ਇਸੇ ਤਰ੍ਹਾਂ ਨਹੀਂ ਵੀ ਘਰੋਂ ਗਏ ਤਾਂ ਕਿਸੇ ਤੋਂ ਰੱਸਾ ਫੜ ਕੇ ਘਰ ਦੇ ਵਿੱਚ ਲਿਆ ਕੇ ਪਸ਼ੂ ਬੰਨ੍ਹ ਦਿੱਤਾ। ਪਸ਼ੂ ਲੈਣ ਲੱਗਿਆਂ ਵੀ ਅਸੀਂ ਬੜੀ ਘੋਖ ਪੜਤਾਲ ਕਰਕੇ ਹੀ ਪਸ਼ੂ ਖਰੀਦਦੇ ਹਾਂ। ਜ਼ਿੰਦਗੀ ਦੇ ਵਿੱਚ ਕੋਈ ਵੀ ਅਸੀਂ ਦੁਨਿਆਵੀ ਕੰਮ ਕਰਨਾ ਹੋਵੇ ਤਾਂ ਅਸੀਂ ਬੜੀ ਵਿਚਾਰ ਕਰਕੇ ਹੀ ਕਿਸੇ ਅੰਤਿਮ ਫੈਸਲੇ 'ਤੇ ਪਹੁੰਚਦੇ ਹਾਂ। ਪਰ ਧਰਮ ਦੀ ਦੁਨੀਆ ਦੇ ਵਿੱਚ ਜਦੋਂ ਇਹ ਪ੍ਰਵੇਸ਼ ਕਰਦਾ, ਇੱਥੇ ਫਿਰ ਇਹ ਕੋਈ ਵਿਚਾਰ ਨਹੀਂ ਕਰਦਾ, ਕੋਈ ਵਿਚਾਰ ਕਰਕੇ ਕਿਸੇ ਨਿਰਣੇ 'ਤੇ ਨਹੀਂ ਪਹੁੰਚਦਾ। ਇਹ ਅੱਖਾਂ ਬੰਦ ਕਰਕੇ ਅਥਾਹ ਵਿਸ਼ਵਾਸ ਕਰਕੇ ਧੋਖਾ ਖਾ ਜਾਂਦਾ, ਇੰਨਾ ਅੰਨਾ ਹੋ ਜਾਂਦਾ। ਜੇ ਕੋਈ ਇਸ ਨੂੰ ਕਹਿ ਦੇਵੇ ਕਿ ਭਾਈ ਫਲਾਣੇ ਥਾਂ ਕੋਈ ਨਾਗਾ ਸਾਧੂ ਰਹਿੰਦਾ, ਬੜੀ ਉਸ ਦੀ ਮਹਿਮਾ ਹੈ, ਤਾਂ ਇਹ ਉਹ ਨੰਗ ਧੜੰਗੇ ਬਾਬਿਆਂ 'ਤੇ ਹੀ ਵਿਸ਼ਵਾਸ ਕਰ ਜਾਂਦਾ, ਉਸ ਨੂੰ ਹੀ ਆਪਣਾ ਗੁਰੂ ਮੰਨ ਕੇ ਬੈਠ ਜਾਂਦਾ। ਜਦ ਕਿ ਗੁਰਬਾਣੀ ਦੇ ਵਿੱਚ ਅਜਿਹੇ ਲੋਕਾਂ ਨੂੰ ਮੂਰਖ ਕਿਹਾ ਹੋਇਆ, ਅਜਿਹੇ ਲੋਕਾਂ ਨੂੰ ਪਖੰਡੀ ਕਿਹਾ ਹੋਇਆ। ਜੇਕਰ ਇਸ ਨੂੰ ਕੋਈ ਕਹਿ ਦੇਵੇ ਕਿ ਫਲਾਣੇ ਥਾਂ ਭਾਈ ਮੋਨੀ ਬਾਬਾ, ਵੀ ਬਿਲਕੁਲ ਹੀ ਮੁੱਖ ਤੋਂ ਨਹੀਂ ਬੋਲਦਾ, ਮੋਨੀ ਬਾਬਾ ਰਹਿੰਦਾ, ਇਹ ਮੋਨੀਆਂ 'ਤੇ ਵੀ ਵਿਸ਼ਵਾਸ ਕਰ ਲੈਂਦਾ। ਜੇਕਰ ਇਸ ਨੂੰ ਕੋਈ ਕਹਿ ਦੇਵੇ ਕਿ ਫਲਾਣੇ ਥਾਂ ਕਈ ਭਾਈ ਮਹਾਂਪੁਰਸ਼ ਰਹਿੰਦੇ ਹੈ ਜਿਹੜੇ ਇਸਤਰੀਆਂ ਨੂੰ ਮੱਥੇ ਹੀ ਨਹੀਂ ਲਾਉਂਦੇ, ਇਹ ਉਹਨਾਂ 'ਤੇ ਵੀ ਵਿਸ਼ਵਾਸ ਕਰ ਲੈਂਦਾ। ਜਦ ਕਿ ਗੁਰਬਾਣੀ ਦੇ ਵਿੱਚ ਕੀ ਕਿਹਾ, ਇੱਕ ਲੋਕ ਨਾ ਦੇਵਹਿ ਦਰਸ਼ਾ, ਅਜਿਹੇ ਲੋਕਾਂ ਦਾ ਵੀ ਗੁਰਬਾਣੀ ਦੇ ਵਿੱਚ ਖੰਡਨ ਕੀਤਾ ਹੋਇਆ। ਕੋਈ ਵੀ ਪਖੰਡੀ ਦੀ ਇਸ ਨੂੰ ਕੋਈ ਦੱਸ ਪਾਉਂਦਾ, ਇਹ ਉਹਨਾਂ 'ਤੇ ਅਥਾਹ ਅੱਖਾਂ ਮੀਚ ਕੇ ਅਥਾਹ ਵਿਸ਼ਵਾਸ ਕਰ ਲੈਂਦਾ ਅਤੇ ਹਮੇਸ਼ਾ ਹੀ ਧਰਮ ਦੀ ਦੁਨੀਆ ਦੇ ਵਿੱਚ ਧੋਖੇ ਖਾਂਦਾ। ਕੋਈ ਇੱਥੇ ਪਿਤਾ ਬਣ ਕੇ ਲੁੱਟ ਜਾਵੇ, ਇਹ ਪਿਤਾ ਬਣਾ ਲੈਂਦਾ। ਕੋਈ ਇੱਥੇ ਬਾਪੂ ਬਣ ਜੇ, ਵੀ ਆਸਾਂ ਪੂਰੀਆਂ ਕਰਨ ਵਾਲਾ ਭਾਈ ਇੱਥੇ ਕੋਈ ਬਾਪੂ ਹੈ, ਇਹ ਉਹ ਬਾਪੂ ਦੇ ਨਾਲ ਵੀ ਜੁੜ ਜਾਂਦਾ। ਪਰ ਉਹ ਨਾ ਤਾਂ ਪਿਤਾ ਵਾਲਾ ਫਰਜ਼ ਅਦਾ ਕਰਦੇ ਆ, ਨਾ ਬਾਪੂ ਵਾਲਾ ਫਰਜ਼ ਅਦਾ ਕਰਦੇ ਹੈ। ਪਰ ਸਾਨੂੰ ਗੁਰਬਾਣੀ ਨੇ ਕਿਹਾ ਸੀ ਵੀ ਮਨੁੱਖ, ਤੂੰ ਧਰਮ ਦੀ ਦੁਨੀਆ ਦੇ ਵਿੱਚ ਵੀ ਪ੍ਰਵੇਸ਼ ਕਰਨਾ, ਨਾ ਕੋਈ ਵੀ ਖੇਤਰ ਦੇ ਵਿੱਚ ਪ੍ਰਵੇਸ਼ ਕਰਨਾ, ਤਾਂ ਪਹਿਲਾਂ ਉਸ ਦੀ ਵਿਚਾਰ ਕਰ। ਜਿਵੇਂ ਅਸੀਂ ਦੁਨਿਆਵੀ ਕੰਮ ਕਰਨ ਲੱਗੇ ਬਹੁਤ ਵਿਚਾਰ ਕਰਦੇ ਹਾਂ, ਉਸੇ ਤਰ੍ਹਾਂ ਧਰਮ ਦੀ ਦੁਨੀਆ ਦੇ ਵਿੱਚ ਪ੍ਰਵੇਸ਼ ਕਰਨ ਲੱਗੇ ਵੀ ਵਿਚਾਰ ਕਰੀਏ, ਕਦੇ ਧੋਖੇ ਨਾ ਖਾਈਏ। ਗੁਰਬਾਣੀ ਦੇ ਵਿੱਚ ਸਮਝਾਇਆ, ਪਹਿਲਾਂ ਵਸਤੁ ਸਿਆਣ ਕੈ ਤਾਂ ਕੀਚੈ ਵਪਾਰ। ਪਹਿਲਾਂ ਬੜੀ ਤੂੰ ਪਰਖ ਕਰ। ਪਹਿਲਾਂ ਤੈਨੂੰ ਇਹਦਾ ਭਾਵ ਕੀ ਹੈ, ਪਹਿਲਾਂ ਤੂੰ ਪਰਖ ਕਰ, ਪਰਖ ਕੇ ਹੀ ਉਸ ਖੇਤਰ ਦੇ ਵਿੱਚ ਪ੍ਰਵੇਸ਼ ਕਰ। ਪਰ ਅਸੀਂ ਧਰਮ ਦੀ ਦੁਨੀਆ ਦੇ ਵਿੱਚ ਅਜਿਹਾ ਨਹੀਂ ਕੀਤਾ, ਤਾਂ ਹੀ ਇੱਥੇ ਪਿਤਾ ਕਹਾਉਣ ਵਾਲਿਆਂ ਨੇ ਇੱਥੇ ਧੀਆਂ ਭੈਣਾਂ ਦੇ ਸ਼ੋਸ਼ਣ ਕਰ ਦਿੱਤੇ। ਪਰ ਕਿੰਨਾ ਚੰਗਾ ਸੀ ਜੇ ਵਿਚਾਰ ਕਰਕੇ ਤੂੰ ਵਾਕਈ ਪਿਤਾ ਦੇ ਨਾਲ ਜੁੜਨਾ ਸੀ ਨਾ, ਤਾਂ ਕਲਗੀਧਰ ਦਸ਼ਮੇਸ਼ ਪਿਤਾ ਦੇ ਨਾਲ ਜੁੜਦਾ। ਫਿਰ ਉਹ ਪਿਤਾ ਜੇ ਉਹਨਾਂ ਨੇ ਅਖਵਾਇਆ ਤਾਂ ਪਿਤਾ ਵਾਲਾ ਫਰਜ਼ ਵੀ ਅਦਾ ਕੀਤਾ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਇਨ ਪੁੱਤਰਨ ਕੇ ਸੀਸ ਵਾਰ ਵਾਰ ਦੀਏ ਸਤ ਚਾਰ, ਚਾਰ ਮੂਏ ਤੋਂ ਕਿਆ ਪਾਇਆ ਇਹ ਜੀਵਤ ਕਈ ਹਜ਼ਾਰ। ਸਾਡੇ ਉੱਪਰ ਉਹਨਾਂ ਨੇ ਆਪਣੇ ਚਾਰੇ ਪੁੱਤ ਵਾਰ ਦਿੱਤੇ, ਤਾਂ ਕੌਮ ਨੂੰ ਹੀ ਆਪਣੇ ਧੀਆਂ ਪੁੱਤਰ ਬਣਾ ਲਿਆ। ਕੋਈ ਦੁਨੀਆ ਦੇ ਵਿੱਚ ਅਜਿਹਾ ਬਾਪ ਮਿਲਦਾ ਜਿਹਨੇ ਆਪਣੇ ਜਿਗਰੀ ਪੁੱਤਰ ਵਾਰ ਕੇ ਤਾਂ ਸਾਰੀ ਕੌਮ ਨੂੰ ਹੀ ਆਪਣੇ ਧੀਆਂ ਪੁੱਤ ਬਣਾ ਲਿਆ ਹੋਵੇ।
ਤਾਂ ਹੀ ਉਸ ਨੂੰ ਇੱਕ ਸੱਚੇ ਪਿਤਾ ਕਿਹਾ ਜਾਂਦਾ। ਉਹਨੇ ਸੱਚੇ ਪਿਤਾ ਵਾਲਾ ਫਰਜ਼ ਵੀ ਅਦਾ ਕੀਤਾ ਹੈ। ਸੋ ਅਸੀਂ ਐਵੇਂ ਨਾ ਇਹਨਾਂ ਪਖੰਡੀਆਂ ਦੇ, ਨੰਗ ਧੜੰਗੇ ਬਾਬਿਆਂ ਦੇ, ਮੋਨੀਆਂ ਦੇ ਜਾਂ ਭੋਰਿਆਂ ਦੇ ਵਿੱਚ ਲੁਕ ਕੇ ਬੈਠਣ ਵਾਲਿਆਂ ਨੂੰ ਰੱਬ ਮੰਨ ਲਈਏ। ਜੇ ਬੰਦਿਆ ਤੂੰ ਧਰਮ ਕਮਾਉਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਅੱਖਾਂ ਮੀਚ ਕੇ ਇਸ 'ਤੇ ਵਿਸ਼ਵਾਸ ਕਰ ਸਕਦਾ, ਨਾ ਕਿ ਪਖੰਡੀਆਂ 'ਤੇ।